तो यही वक्त रह जाता है कि तुसी ਉਹਦੇ बारे चेक किया, फिर कैमरा लेके उसके पास चले गए, फिर उसके पास चले गए, ये क्या रवैया है? ये ਨੈਗੇਟਿਵਿਟੀ ਹੈ ਸ਼ਾਜੀ ਹੈ ਤੇ ਮੇਰਾ ਮਤਲਬ ਹੈ ਕਿ ਕੰਪਲੈਕਸ ਮੁਆਸ਼ਰਾ ਸਾਡਾ ਲੋਕਾਂ ਦੀਆਂ ਬੁਰਾਈਆਂ ਲੋਕਾਂ ਦੀ ਕਮਜ਼ੋਰੀਆਂ ਉਛਾਲ ਕੇ ਉਹਨਾਂ ਨੂੰ ਇੱਕ ਅਜੀਬ ਜੀ ਤਮਾਨੀਅਤ ਮਿਲਦੀ ਹੈ ਇਹ ਕੋਈ ਅੱਛੇ ਲੋਕ ਨਹੀਂ ਹੁੰਦੇ ਬੇਸਿਕਲੀ ਇਹ ਯਾਨੀ ਕਿ ਮੈਂ ਕ੍ਰਿਮੀਨਲੀ ਕਹਾਂਗਾ ਇਹਨਾਂ ਨੂੰ ਕਿਸੇ ਦੀ ਤੁਸੀਂ ਖਾਮੀ ਐਕਸਪਲੋਇਟ ਕਰਕੇ ਤੇ ਆਪਣੀ ਕੋਈ व्यूअरशिप ਵਧਾ ਰਹੇ ਹੋ ਜਾਂ ਆਪਣੀ ਰੇਟਿੰਗ ਲੈ ਰਹੇ ਹੋ ਤੇ ਫਿੱਟੇ ਮੂੰਹ ਤੁਹਾਡਾ। ਤਾਰਕ ਟੈਡੀ ਸਾਹਿਬ ਜਦੋਂ ਹਿੱਟ ਹੋਏ ਨਾ ਉਦੋਂ ਹਿੱਟ ਹੋਣਾ ਇੰਨਾ ਮੁਸ਼ਕਲ ਸੀ ਲੋਕਾਂ ਵਾਸਤੇ। ਹਾਂ ਕਿਉਂਕਿ ਬੜੇ ਸਟਾਲਵਰਟ ਜਿੰਨੇ ਵੀ ਸੀ ਸਾਰੇ ਬੌਸ ਮੈਂ ਦੇਖਿਆ ਲਾਹੌਰ ਦੇ ਮੈਂ ਚੁੱਕੇ ਲਾਹੌਰ ਦੀ ਸਾਜ਼ਿਸ਼ੀ ਕੰਪਨੀ ਦਾ ਵੀ ਹਿੱਸਾ ਰਿਹਾ ਬੜੀ ਦੇਰ ਤੇ ਸਾਰੇ ਬੰਦੇ ਮੇਰੇ ਨਾਲ ਨਹੀਂ ਉਹਦਾ ਸ਼ਿਕਾਰ ਰਹੇ ਹੋਗੇ ਤੇ ਹਿੱਸਾ ਰਹੇ ਠੀਕ ਹੈ ਜੀ ਉਹ ਸਾਜ਼ਿਸ਼ ਕਰਨ ਮੇਰਾ ਵੀ ਅਮਲ ਦਾ ਹੁੰਦਾ ਸੀ ਤੇ ਮੈਂ ਦੇਖਿਆ ਕਿ ਲਾਹੌਰ ਦੇ ਜਿੰਨੇ ਕਿੰਗ ਨੇ ਕਿੰਗ ਪ੍ਰੋਡਿਊਸਰ ਵੀ ਔਰ ਕਿੰਗ ਸੁਪਰਸਟਾਰ ਐਕਟਰ ਵੀ ਜਿਵੇਂ ਮੈਂ ਨਾਂ ਨਹੀਂ ਲਵਾਂਗਾ ਚਲੋ ਕੀ ਫਾਇਦਾ ਉਹ ਸਾਰੇ ਸਿਰ ਜੋੜ ਕੇ ਬੈਠੇ ਨੇ ਕਿ ਇਹਨੂੰ ਲਾਹੌਰ ਨਹੀਂ ਆਉਣ ਦੇਣਾ। ਅੱਛਾ ਇਹ ਰੁਕਾਵਟਾਂ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਕਿ ਟੈਡੀ ਨੂੰ ਇੱਥੇ ਨਹੀਂ ਆਉਣ ਦੇਣਾ ਉੱਥੇ ਬਾਹਰ ਹੀ ਰਵੇ ਕਰਦਾ ਰਵੇ ਇੱਧਰ ਨਾ ਵੜੇ ਲੇਕਿਨ ਟੈਡੀ ਆਇਆ ਉਹ ਛੋਟਾ ਜਿਹਾ ਸੀ ਪਤਾ ਨਹੀਂ ਕਿੱਧਰੋਂ ਆ ਗਿਆ ਉਹ ਆਇਆ ਭਾਜੀ ਉਹ ਤੇ ਆਉਂਦੇ ਨੇ ਛਾ ਹੀ ਗਿਆ। ਇਸ ਮੌਕੇ ਤੇ ਸਾਨੂੰ ਮਸਤਾਨਾ ਸਾਹਿਬ ਨੂੰ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਮਸਤਾਨਾ ਸਾਹਿਬ ਨੇ ਵੀ ਤਾਰਕ ਟੈਡੀ ਸਾਹਿਬ ਨੂੰ ਇੰਜ ਹੈਲਪ ਕੀਤਾ ਜਿਵੇਂ ਟੈਡੀ ਸਾਹਿਬ ਆਪਣੇ ਜੂਨੀਅਰਸ ਨੂੰ ਕਰਦੇ ਸੀ। ਬਹੁਤ ਸਪੋਰਟ ਕੀਤੀ ਕਿਉਂਕਿ ਉਹ ਰਾਹ ਕੋਈ ਨਹੀਂ ਸੀ ਦੇ ਰਿਹਾ। ਮੈਨੂੰ ਆਸਫ ਸਾਹਿਬ ਦੀ ਗੱਲ ਤੋਂ ਯਾਦ ਆਇਆ ਕਿ ਰਾਹ ਕੋਈ ਨਹੀਂ ਸੀ ਦੇ ਰਿਹਾ ਇਹਨਾਂ ਨੂੰ ਲਾਹੌਰ ਕੇ ਵੜਨ ਨਹੀਂ ਦੇਣਾ ਯਾਰ ਉਹ ਬੜਾ ਤੇਜ਼ ਹੈ ਉਹ ਯਾਰ ਉਹ ਵਿੱਚ ਅਜੀਬ ਜੀ ਵੀ ਗੱਲ ਕਰ ਦਿੰਦਾ ਹੈ ਇਹਨਾਂ ਦੇ ਥੋਪੀਆਂ ਵੀ ਗਈਆਂ ਕਈ ਗੱਲਾਂ ਕਿ ਬੜਾ ਲਾਊਡ ਕਾਮੇਡੀ ਕਰਦੇ ਨੇ। ਮਸਤਾਨਾ ਸਾਹਿਬ ਇਸੇ ਖਿੱਚ ਦੀ ਵਜ੍ਹਾ ਤੋਂ ਉਹਦਾ ਸਾਥ ਦਿੱਤਾ ਸੀ ਕਿ ਭਈ ਉਹਨਾਂ ਨੂੰ ਪਤਾ ਸੀ ਕਿ ਇਹ ਸਾਰੇ ਨੂੰ ਰੋਕ ਰਹੇ ਨੇ ਤੇ ਮੈਂ ਇਹਨੂੰ ਇਹਦੇ ਨਾਲ ਇਹ ਉਹੀ ਰਿਐਕਸ਼ਨ ਸੀ। ਫਿਰ ਮਸਤਾਨਾ ਸਾਹਿਬ ਨੇ ਉਹਨਾਂ ਨੂੰ ਆਪਣੇ ਨਾਲ ਖਿਲਾਰ ਕੇ ਕਿਹਾ ਮੇਰੇ ਤੇ ਕਰ ਗੱਲਾਂ। ਫਿਰ ਨਾ ਹੋਟਲ ਚਲਾ ਗਿਆ ਉੱਥੇ ਬਾਥਰੂਮ 'ਚ ਫਰਨੈਲ ਪਈ ਮਖਾਣੇ ਸਮਝ ਕੇ ਖਾਂਦਾ ਰਿਹਾ। ਮੈਂ ਉਹਨਾਂ ਨਾਲ ਡਰਾਮੇ ਬਹੁਤ ਘੱਟ ਕੀਤੇ ਮੇਰਾ ਉਂਝ ਉਹਨਾਂ ਨਾਲ ਪਿਆਰ ਬੜਾ ਸੀ ਜਦੋਂ ਕਿਤੇ ਮਿਲਣਾ ਇੱਧਰ ਆ ਬਹਿ ਜਾ ਸੁਣਾ ਕਿੱਥੇ ਕਿਹੜੇ ਪਿੰਡ ਖੱਪ ਕੇ ਆਇਆ ਕਹਿੰਦੇ ਮੈਂ ਕਿਹਾ ਸਰ ਮੈਨੂੰ ਇੱਕ ਜਗ੍ਹਾ ਮੈਂ ਵੈਸੇ ਸੁਣਾ ਰਿਹਾ ਵਾਕਿਆ ਮੈਂ ਕਿਹਾ ਮੈਂ ਉੱਥੇ ਗਿਆ ਮੈਨੂੰ 5 ਛੱਤ ਪਾੜ ਕੇ ਲੈ ਪਾਈਆਂ ਕਹਿੰਦਾ ਉਹਦੀ ਸਾਲਿਆ ਛਾਤੀ ਹੈ ਨਹੀਂ। ਇੱਕ ਲਮਹਾ ਸੀਰੀਅਸ ਉਹ ਬੰਦਾ ਨਹੀਂ ਰਿਹਾ ਸੀ ਨਹੀਂ ਕਿਸੇ ਵੀ ਹਵਾਲੇ ਨਾਲ ਕੋਈ ਕੱਲਾ ਬੰਦਾ ਆਇਆ ਨਾ ਗੈਸਟ ਕਿਤੇ ਬੈਠੇ ਸਰ ਤੇ ਇੱਕ ਬੰਦਾ ਗੈਸਟ ਕੋਈ ਐਂਟਰ ਹੋਇਆ ਤੇ ਲਿਆ ਡਾਲਾ ਲਿਆ ਯਾਨੀ ਕਿ ਬੋਤਲ ਐਵੇਂ ਕਹੀ ਜਾਣਾ ਹੈ ਇੱਕ ਦੋ ਵਾਰੀ ਬੰਦਾ ਲੈ ਵੀ ਆਇਆ ਕੱਲਾ ਬੰਦਾ ਤੇ 20 ਬੋਤਲਾਂ ਲੈ ਕੇ ਆਉਂਦਾ। ਅਸਲ ਵਾਕਈ ਜਿਹੜੀ ਇਹ ਕੰਟੀਨਿਊਟੀ ਹੈ ਨਾ ਮੈਨੂੰ ਯਾਦ ਹੈ ਕਿਉਂਕਿ मैं इस चीज का आई विटनेस था ये तारक टैडी साहब की कंटिन्यूटी लिया डाला अच्छा बैक स्टेज की कंटिन्यूटी ये वहां से जो ना पिक की गई है ये असल कंटिन्यूटी यानी टैडी साहब की कि मैं मिलना है कहता ओ की हाल है नहीं मैं कहा हुणे आया मैं कहा ले आओ जरा डाल नहीं बैठो ले आ डाल टैडी दी बैक स्टेज दी कंटिन्यूटी रात ਨੂੰ ਮੈਨੂੰ 4:30-5 बजे फोन किया फोन आ रहा है मैं नींद से। अच्छा ये भी उनकी आदत थी रात को सोते थे नहीं और मुझे भी तकरीबन यानी कि मुमकिन नहीं है जिंदगी में कि हफ्ते में हम मतलब जिस जमाने में काम कर रहे थे फिर उसके बाद गैप आ गया अपने मैं अलग शोज कर रहा था तब भी मुमकिन नहीं है कि हफ्ते 10 दिन में उनका फोन ना आए। जी अच्छा मैं जागने वाला आदमी हूं मगर वो 3-4 बजे रात को उनका और सब तो भैड़ी गल है 3 बजे फोन करके पूछते सन की कर रहे हो हाँ ने मैंने फोन किया ना मैं चुक्या मैं हुन मैं चुका ना चुका मैं यार इस टाइम फोन किया मैं अस्सलाम वालेकुम टैडी साहब हाँ जी वाल साहब की हाल है सुता से मैं कहा हाँ जी सो जा। अच्छा बाबू जब टीवी में आपको माशाल्लाह आप हिट हुए इतना मकबूल हुए और थिएटर आप कह रहे हैं कि आपने उनके साथ ज्यादा नहीं किया। हाँ जी ज्यादा मगर जब टीवी में आप हिट हुए फिर जब मुलाकात हुई वो बड़ा खुश होंदे सी हुण तू अपने सही मुकाम ते पहुंच गया ऐ तू छड्डी ना लगा रवि तेन पैसे ना भी मिलन और कहंदे मैनूं यकीन है तेन नहीं मिलने तू छड्डी ना एक टाइम आएगा तू इत्थे खलोता होएगा इस तरह शरारत करते मेरे ना उन्होंने खास क्योंकि मैं उन्होंने खिदमत भी बड़ी की थी जितने भी अवामी आदमी थे रिलेशन बहुत ज्यादा थे जहां भी किसी शहर में भी आप देख लें तारक टैडी साहब का ब्यूरोक्रेट 100 में से 50 फोन उनके यही आते थे कि ये देखिए फलाना आदमी इससे जरा जी रात के पिछले पैर को यानी कि अगर प्रॉब्लम में है जो आजकल माशाल्लाह जिम्मा ताहिर साहब ने उठाया ये भी उसी डगर पे है। बड़ी बात है शरीर अपनी नींद खराब करके किसी के लिए आप उठ के कोई एफर्ट करते हैं कोई शक तो अक्सर ही होता था कि टैडी साहब उसमें एक फर्क है वो तो रात को चल पड़ते थे कहते थे अच्छा यार सवेरे देखा अगर आप इजाजत दे तो मैं ब्रेक से वापस आकर यहीं से कंटिन्यू करते हैं। नाज़रीन कहीं नहीं जाइएगा आज एक ऐसे फनकार को याद कर रहे हैं जिसकी जिंदगी का मकसद लोगों के चेहरों पर मुस्कुराहटें बिखेरना था। आज का जबरदस्त तारिक टैडी साहब के नाम थोड़े से वक्त बाद
वेलकम बैक नाज़रीन। ज़बरदस्त में एक बार फिर खुशामदीद। आज हम याद कर रहे हैं तारिक टेडी साहब को, और अब हमें ज्वाइन किया है बीना ने। और बीना, मैं चाहूँगा कि आपका जो सफ़र रहा। बीना ਦਾ ਸਫ਼ਰ ਕਰ ਹੀ ਨਹੀਂ ਸਕਦੀ जी बीना, कितने ਸਫ਼ਰ ਨਾ ਕਰਨੇ ਵਿੱਚ ਕਈ ਤਲਾਕਾਂ ਹੋਈਆਂ ਅਸਲ ਭਾਈ ਤੁਸੀਂ ਇੱਥੇ ਵੀ ਬਾਜ਼ ਨਹੀਂ ਆ ਰਹੇ ਹਨਾ। ਮੈਂ ਉੱਥੇ ਵੀ ਨਹੀਂ ਆਉਣਾ ਇੱਥੇ ਡੈਡੀ ਹੁੰਦਾ ਨਾ ਕੋਈ ਗੱਲ ਜ਼ਰੂਰ ਕਰਨੀ ਸੀ ਤੁਹਾਨੂੰ। ਡੈਡੀ ਦੀ ਤੇ ਕਿਆ ਬਾਤ ਹੈ, ਉਹ डैडी ते तेरा बैर सी बड़ा नहीं, डैडी साहब दा प्यार सी मेरे नाल। हाँ, वो एक सेगमेंट हम किया करते थे रंधावा हाउस। रंधावा। उसमें डैडी साहब एक बड़े यानी कि ना दबंग पुलिस ऑफिसर अपना है ना थाने में, मगर घर में उनकी बेगम की चलती है। बीना वो कैरेक्टर बड़ी मार खाती है ਤੇ ਸੈਗਮੈਂਟ ਦੇ ਵਿੱਚ ਜਾਣ ਕੇ ਬਾਸੀ ਖਾਣਾ ਇਹਨਾਂ ਨੂੰ ਖਵਾਈ ਜਾਂਦੇ ਹੁੰਦੇ। ਹਰ ਇਵੈਂਟ ਯਾਦ ਹੁੰਦਾ ਸੀ ਉਹਨਾਂ ਨੂੰ ਕਿ ਕੌਣ ਕੀ ਕਰਦਾ ਹੈ, ਕੌਣ ਕਿੰਨੇ ਵਜੇ ਉੱਠਦਾ ਹੈ, ਕਿਹਦੀ ਕੀ ਐਕਟੀਵਿਟੀ ਹੈ। खासकर रात के टाइम। ਉਹ ਮੈਂ ਤੁਹਾਨੂੰ आपको भी फोन करते थे रात ओ हो ਇਹ ਕੀ ਪਕਾ ਰਹੀ ਹੈ? ਮੈਂ ਕਿਹਾ ਇਸ ਟਾਈਮ ਕੌਣ ਪਕਾਉਂਦਾ ਵੇ? ਮੈਨੂੰ ਇੱਕ ਦਿਨ ਫੋਨ ਆਇਆ, ਉਹਨਾਂ ਨੂੰ ਪਤਾ ਕਿ ਮੈਂ ਜਾਤੀ ਉਮਰੇ ਈਦ ਦੀ ਨਮਾਜ਼ ਪੜਨ ਜਾਣਾ ਨਵਾਜ਼ ਸ਼ਰੀਫ ਸਾਹਿਬ ਜਦੋਂ ਵਜ਼ੀਰ ਆਜ਼ਮ ਸਨ, ਤੇ ਮੈਨੂੰ 7:30 ਵਜੇ ਫੋਨ ਕੀਤਾ। 7:30 ਵਜੇ ਈਦ ਸੀ, ਮੈਂ ਕਿਹਾ ਈਦ ਮੁਬਾਰਕ ਕਹਿਣ ਵਾਸਤੇ ਫੋਨ ਕੀਤਾ। ਕਹਿੰਦੇ ਯਾਰ ਉਹ ਜਾਤੀ ਉਮਰੇ ਤੂੰ ਜਾ ਰਿਹਾ ਤੇ ਉੱਥੇ ਕੈਨਸਲ ਹੋ ਗਈ ਈਦ ਨਮਾਜ਼। ਮੈਂ ਕਿਹਾ ਕੀ ਹੋਇਆ ਕੀ ਹੈ? ਕਹਿੰਦਾ ਮੀਆਂ ਸਾਹਿਬ ਦਾ ਜਿਹੜਾ ਈਦ ਵਾਲਾ ਸੂਟ ਹੈ ਨਾ ਉਹ ਨਹੀਂ ਲੱਭ ਰਿਹਾ। ਬੜੀਆਂ ਜੁਗਤਾਂ ਬੀਨਾ ਸਾਹਿਬ ਨੂੰ ਬਹੁਤ ਜੁਗਤਾਂ ਕਰਦੇ ਸੀ ਡੈਡੀ। ਇਹਨੂੰ ਪਹਿਲੇ ਜਗ੍ਹਾ ਡੈਡੀ ਨੇ ਕੀਤੀ ਕਿ ਇਹਦੇ ਪਿੱਛੇ ਖਲੋ ਕੇ ਬੰਦਾ ਕੱਪੜੇ ਵੀ ਬਦਲ ये टेडी साहब ने की थी। अच्छा, ਬਿਲਕੁਲ ਐਸੀ ਹੈ। ਕਰਨੀ ਇਹਨਾਂ ਨੇ ਸੀ, ਬਸ ਉਹਨਾਂ ਨੇ ਕਰਨੀ। ਸਰਦਾਰ ਕਮਾਲ ਸਾਹਿਬ ਨੂੰ ਨਾ ਪੁਲਿਸ ਨੇ ਰੋਕ ਲਿਆ ਰਾਤ ਨੂੰ ਕੋਈ 1:30-2 ਵਜੇ। अच्छा। ਤੇ ਹੁਣ ਸਰਦਾਰ ਸਾਹਿਬ ਨੇ ਵੇਖਿਆ ਯਕਦਮ ਉਹਨਾਂ ਦੇ ਜ਼ਿਹਨ ਚ ਆਇਆ ਕਿ ਪੁਲਿਸ ਦੇ ਵਿੱਚ ਸਭ ਤੋਂ ਜ਼ਿਆਦਾ ਤਲਕ ਜਿਹੜੇ ਨੇ ਤਾਰਕ ਟੈਡੀ ਸਾਹਿਬ। या ताहिर साहब का ਉਹ ਤਾਰਕ ਟੈਡੀ ਸਾਹਿਬ ਨੇ ਫੋਨ ਕੀਤਾ ਸਰਦਾਰ ਸਾਹਿਬ ਨੇ ਟੈਡੀ ਸਾਹਿਬ ਨੂੰ ਕਿ ਟੈਡੀ ਮੈਨੂੰ ਪੁਲਿਸ ਵਾਲੇ ਨੇ ਰੋਕ ਲਿਆ। ਹੁਣ ਟੈਡੀ ਸਾਹਿਬ ਉਸ ਟਾਈਮ ਫੁੱਲ ਜੋਬ ਨਹੀਂ ਸਨ। ਉਹਨਾਂ ਨੇ ਕਿਆ ਕਰਾ ਗੱਲ, ਕਿਹੜਾ ਬੰਦਾ, ਕੋਈ ਥਾਣੇਦਾਰ ਸੀ। ਉਹ ਟੈਡੀ ਸਾਹਿਬ ਨੇ ਨਾ ਥਾਣੇਦਾਰ ਦੀ ਵਾਵਾ ਕਲਾਸ ਲੈ ਲਈ। ਉਹ ਬਜਾਏ ਕਿ ਛੱਡਣ ਨੇ ਉਹਨਾਂ ਨੇ ਸਰਦਾਰ ਸਾਹਿਬ ਤੇ ਪਰਚਾ ਦੇ ਦਿੱਤਾ। ਇਹਦੇ ਕੰਮ ਤੇ ਕਈ ਵਾਰੀ ਕਰਦੇ। यानी वो इतना अच्छा इंसान था कि आप सोच, वो ना चेहरा देख के पहचान जाता था कि परेशान है या कोई प्रॉब्लम है। इस टाइप का वो आदमी। ਇਹ ਉਹਦੇ ਸਾਹਮਣੇ ਚਿਹਰਾ ਲੈ ਕੇ ਹੋਈਦਾ ਜਾਂਦੀ। हाँ, नहीं जैसे हमारा होता है ना कि बहुत सारे हमारे जो शोराए कराम है उनका काम छपा है, बहुत सारा ऐसा है जो किसी वजह से नहीं छपा, मगर हम जानते हैं बहुत सारे शेर जो हमारे जो शायरों की फिटर्निटी है उसमें वो सीना बसीना चलते रहते हैं। मैं चाहूँगा अगर आप सब याद करें तो और कौन से ऐसे जुमले थे जो तारिक साहब ने ओरिजिनली, जो आप कहते हैं कि अच्छा भाई ये जुमला, कहते हैं ना भाई ये अमानुल्लाह साहब ने ये बात पहली बार की थी, मस्ताना साहब ने ये बात पहली बार की थी, अलबेला साहब की ये बात थी। ऐसी बातें अगर आज आप हमसे शेयर कर सकें जो ओरिजिनली तारिक टेडी साहब ने क्रिएट की थी। ਸਕਰੀਨ ਤੇ ਦੱਸਣ ਵਾਲੀਆਂ ਹਨ ਕਿਉਂ ਨਹੀਂ ਹੈ? ਮੈਂ ਉਹਦੀ ਕੰਟੀਨਿਊਟੀ ਹੁੰਦੀ ਸੀ ਤਾਰਕ ਟੈਡੀ ਦੀ ਕਿ ਤੁਸੀਂ ਮੈਨੂੰ ਜੁਗਤ ਕੀਤੀ ਹੈ ਨਾ, ਤੁਸੀਂ ਜੁਗਤ ਮੈਨੂੰ ਕੀਤੀ ਹੈ ਜੀ। ਮੈਂ ਜਾਣ ਕੇ ਮੈਂ ਟੈਡੀ ਹਾਂ, ਤੁਸੀਂ ਮੈਨੂੰ ਜੁਗਤ ਕੀਤੀ ਹੈ, ਤੇ ਮੈਂ ਅੱਗੋਂ ਬਜਾਏ ਉਹਨੂੰ ਜਵਾਬ ਦਿੰਦਾ, ਅੱਗੋਂ ਇਹਦੇ ਤੇ ਪਾਤੀ ਲਾਓ, ਅੱਗੋਂ ਚੁੱਪੇ।